ਜਿਹੜਾ ਕਰਪਸ਼ਨ ਕਰੇ ਠੋਕਣਾ ਪੈਣਾ ਤਾਂ ਹੀ ਸਿਟਿੰਗ ਜੱਜ ਦੀ ਮੈਂ ਇਨਕੁਆਇਰੀ ਮੰਗੀ। ਇਹ ਬਾਬੇ ਨਾਨਕ ਦੀ ਜਿਹੜੀ ਤਕੜੀ ਤੇਰਾ ਤੋਲਦੀ ਸੀ, ਇਹ ਪੰਜਾਬ ਦੇ ਲੋਕਾਂ ਦੇ ਲਈ 13 ਪੁਆਇੰਟ ਆਉਣਗੇ। ਦੁਨੀਆ ਕੰਬੇ, ਮਤਲਬ ਪੰਜਾਬ ਨੂੰ ਗਿਰਵੀ ਰੱਖਤਾ, ਪੰਜਾਬ ਨੂੰ ਵੇਚ ਕੇ ਇਹਨਾਂ ਲੋਕਾਂ ਨੇ ਆਪਣੇ ਸਵਾਰਥ ਪੂਰੇ ਕੀਤੇ। ਔਰ ਮੈਂ ਅੰਦਰ ਕਹਿ ਕੇ ਆਇਆ ਕਿ ਸਿਟਿੰਗ ਜੱਜ ਹੋਣਾ ਚਾਹੀਦਾ ਹੈ ਇਸ ਇਨਕੁਆਇਰੀ 'ਚ। ਜਿਸ ਰਾਜ 'ਚ ਚੰਗਾ ਕੰਮ ਕਰਨ ਵਾਲੇ ਨੂੰ ਪਿੱਠ ਨਾ ਥਾਪੀ ਜਾਵੇ ਔਰ ਮਾੜਾ ਕੰਮ ਕਰਨ ਵਾਲੇ ਨੂੰ ਦੰਡਿਤ ਨਾ ਕੀਤਾ ਜਾਵੇ, ਮਤਲਬ ਉਹਦਾ ਵੀ ਕਿਸੇ ਅਫਸਰ ਨੇ ਮੂਰਖਤਾ ਕਰਤੀ। ਤੁਹਾਨੂੰ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਨੇ 5-5 ਸਾਲ ਪੜ੍ਹਾਈ ਕਰਕੇ ਆਈਐਸ ਕਲੀਅਰ ਕੀਤੀ, ਤੁਹਾਨੂੰ ਲੱਗਦਾ ਕਿ ਉਹ ਇਨਐਡਵਰਟੈਂਟਲੀ ਕਰ ਦੂਗਾ? ਤੁਹਾਨੂੰ ਲੋਕਾਂ ਦੇ ਹਿੱਤ ਦੇ ਵਿੱਚ ਮੈਂ ਡਾਇਰੈਕਟ ਕਰਦਾ ਕਿ ਤੁਹਾਨੂੰ ਬਿਜਲੀ ਸਸਤੀ ਕਰਨੀ ਪਊਗੀ, ਮਾਰਕੀਟ ਰੇਟ ਦੇ ਉੱਤੇ ਕਰਨੀ ਪਊਗੀ, ਕਰਨੀ ਪਈ। ਉਹ ਅੱਜ ਸਾਰੇ ਭੇਦ ਖੁੱਲ ਗਏ। ਬਹੁਤ ਹਾਈ ਲੈਵਲ ਦੀ ਡੈਲੀਬਰੇਟ ਮੈਕੈਨਿਜ਼ਮ ਦੀ ਕੀਤੀ ਹੋਈ ਪਲੈਨਡ ਮਾਸਟਰਡ ਕਰਪਸ਼ਨ ਸਾਹਮਣੇ ਆਈ ਹੈ। ਕਿਸਾਨੀ ਦਾ ਹੋਵੇ, ਹਰ ਚੀਜ਼ ਦਾ ਦੋ। ਇਹ ਪੰਜਾਬ ਮਾਡਲ ਐਤਕੀ 500 ਵਾਅਦੇ ਨਹੀਂ ਹੋਣੇ। ਮੈਨੂੰ ਹੀ ਘੱਟ ਤੋਂ ਘੱਟ ਨਹੀਂ 5-7 ਵਾਰ ਕਹਿਣਾ ਪੈ ਗਿਆ ਕਿ ਵਾਈਟ ਪੇਪਰ ਦਿਓ ਭਾਈ। ਔਰ ਵਾਈਟ ਪੇਪਰ ਨੇ ਇੰਨਾ ਪਰਦਾਫਾਸ਼, ਜਿਹੜੇ ਲੋਕ ਪਰਦੇ ਪਾਉਂਦੇ ਸੀ, ਲੁਕਾਉਂਦੇ ਸੀ, ਉਹ ਅੱਜ ਸਾਰੇ ਭੇਦ ਖੁੱਲ ਗਏ। ਬਹੁਤ ਹਾਈ ਲੈਵਲ ਦੀ ਡੈਲੀਬਰੇਟ ਮੈਕੈਨਿਜ਼ਮ ਦੀ ਕੀਤੀ ਹੋਈ ਪਲੈਨਡ ਮਾਸਟਰਡ ਕਰਪਸ਼ਨ ਸਾਹਮਣੇ ਆਈ ਹੈ। ਇਟ ਇਜ਼ ਅ ਸਕੈਮ ਆਫ ਦੀ ਹਾਈਐਸਟ ਆਰਡਰ। ਔਰ ਮੈਂ ਅੰਦਰ ਕਹਿ ਕੇ ਆਇਆ ਕਿ ਸਿਟਿੰਗ ਜੱਜ ਹੋਣਾ ਚਾਹੀਦਾ ਹੈ ਇਸ ਇਨਕੁਆਇਰੀ 'ਚ। ਜਿਸ ਰਾਜ 'ਚ ਚੰਗਾ ਕੰਮ ਕਰਨ ਵਾਲੇ ਨੂੰ ਪਿੱਠ ਨਾ ਥਾਪੀ ਜਾਵੇ ਔਰ ਮਾੜਾ ਕੰਮ ਕਰਨ ਵਾਲੇ ਨੂੰ ਦੰਡਿਤ ਨਾ ਕੀਤਾ ਜਾਵੇ। ਇਟ ਸ਼ੁੱਡ ਬੀ ਅ ਡੈਟਰੈਂਟ। ਦੁਨੀਆ ਕੰਬੇ, ਮਤਲਬ ਪੰਜਾਬ ਨੂੰ ਗਿਰਵੀ ਰੱਖਤਾ, ਪੰਜਾਬ ਨੂੰ ਵੇਚ ਕੇ ਇਹਨਾਂ ਲੋਕਾਂ ਨੇ ਆਪਣੇ ਸਵਾਰਥ ਪੂਰੇ ਕੀਤੇ। ਇਸ ਤੋਂ ਵੱਡਾ ਉਦਾਹਰਣ ਨਹੀਂ ਹੋ ਸਕਦਾ। ਔਰ ਜੋ ਇਹਨਾਂ ਨੇ ਇਹਦੇ 'ਚ ਕਿਸਾਨਾਂ ਨਾਲ ਕੀਤਾ, ਤੁਸੀਂ ਦੇਖੋ, ਦੰਗ ਰਹਿ ਜਾਓਗੇ ਤੁਸੀਂ। ਸਾਹਬ BOT ਬਿਲਡ ਆਪਰੇਟ ਟਰਾਂਸਫਰ ਪ੍ਰੋਜੈਕਟ 2006 ਚ ਅਕਾਲੀ ਸਰਕਾਰ ਆਉਂਦੀ ਹੈ, 2007 ਚ ਕਾਂਗਰਸ, 2006 ਚ BOT, ਇਹ 2007 ਚ ਆਉਂਦੇ ਆ ਤੇ ਉਹਨੂੰ ਟੀ ਉਡਾ ਦਿੰਦੇ ਆ ਔਰ ਕਹਿੰਦੇ ਇਨਐਡਵਰਟੈਂਟਲੀ ਹੋ ਗਿਆ। ਮਤਲਬ ਉਹਦਾ ਵੀ ਕਿਸੇ ਅਫਸਰ ਨੇ ਮੂਰਖਤਾ ਕਰਤੀ। ਤੁਹਾਨੂੰ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਨੇ 5-5 ਸਾਲ ਪੜ੍ਹਾਈ ਕਰਕੇ ਆਈਐਸ ਕਲੀਅਰ ਕੀਤੀ, ਤੁਹਾਨੂੰ ਲੱਗਦਾ ਕਿ ਉਹ ਇਨਐਡਵਰਟੈਂਟਲੀ ਕਰ ਦੂਗਾ? ਇਟ ਵਾਸ ਪਲੈਨਡ ਡੈਲੀਬਰੇਟਲੀ। ਔਰ ਕਿੰਨੇ ਫਾਇਦੇ ਇਹਨਾਂ ਨੂੰ ਗਏ ਆ ਉਸ ਟੀ ਨੂੰ ਟ੍ਰਾਂਸਫਰ ਕਰਨ। ਨਾਰਮਲੀ ਜਿਹੜਾ ਟ੍ਰਾਂਸਫਰ ਹੁੰਦਾ ਨਾ ਸਾਹਿਬ, ਉਹ ਸਰਕਾਰ ਦੇ ਕੋਲ ਵਾਪਸ ਆਉਂਦਾ। ਜ਼ਮੀਨ ਦੀ ਕੀਮਤ 20 ਸਾਲਾਂ 'ਚ ਟ੍ਰਿਪਲ ਹੋ ਜਾਂਦੀ ਹੈ। ਔਰ ਇਹ ਜਿਹੇ ਵੱਡੇ ਟੱਕ ਦੀ ਮਸ਼ੀਨਰੀ ਡੈਪਰੀਸ਼ੀਏਟ ਕਰੇਗੀ, ਉਹ ਐਪਰੀਸ਼ੀਏਟ ਕਰੇਗੀ। ਸੋ ਟੀ ਉਡਾ ਕੇ ਜਿਹੜੀ ਜ਼ਮੀਨ ਸਰਕਾਰ ਨੂੰ ਆਣੀ ਚਾਹੀਦੀ ਸੀ, ਉਹ ਕੰਪਨੀਆਂ ਨੂੰ ਦੇਤੀ। ਔਰ ਕੰਪਨੀਆਂ ਨੂੰ ਦਿੱਤੀ, ਕੁਝ ਨਹੀਂ ਹੈ ਲਿਖਤ ਦੇ ਵਿੱਚ ਵੀ ਕੰਪਨੀਆਂ ਨੂੰ ਇਹ ਜ਼ਮੀਨ ਦੇ ਰਿਹਾ। ਕੰਪਨੀ ਸਰਕਾਰ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ ਦੇ ਰਹੀ ਹੈ? ਉਹ ਕੀ ਰਿਆਇਤ ਦੇ ਰਹੀ ਹੈ ਸਾਨੂੰ? ਉਹਦਾ ਫਾਇਦਾ ਲੋਕਾਂ ਨੂੰ ਕਿੱਦਾਂ ਆਊਗਾ? ਇਹ ਕਿੰਨੇ ਏਕੜ ਜ਼ਮੀਨ ਹੈ? ਧਿਆਨ ਨਾਲ ਦੇਖੋ ਇਹਨੂੰ। ਆਹ ਫੋਰਸਡ ਐਕੁਜੀਸ਼ਨ ਹੁੰਦੀ ਹੈ, ਬਹੁਤ ਘੱਟ ਰੇਟਾਂ ਦੇ ਉੱਤੇ ਗਵਰਨਮੈਂਟ ਐਕਵਾਇਰ ਕਰਦੀ ਹੈ ਲੈਂਡ ਐਕੁਜੀਸ਼ਨ ਐਕਟ ਦੇ ਅੰਡਰ। ਜੇ ਕਿਤੇ ਕਿਸੇ ਕੰਪਨੀ ਨੇ ਜ਼ਮੀਨ ਨੂੰ ਲੈਣੀ ਹੋਵੇ, ਕੋਈ ਦਿੰਦਾ, ਅਗਲਾ 2 ਏਕੜ ਦਾ 10 ਗੁਣਾ ਰੇਟ ਲਾ ਕੇ ਦਿੰਦਾ। ਇਹ ਕਿੱਡਾ ਵੱਡਾ ਸਕੈਮ ਹੈ ਕਿ 2000 ਏਕੜ TSPL ਨੂੰ ਤੇ 1018 ਏਕੜ NPL ਨੂੰ ਪੂ ਬੇਸਿਸ ਤੇ ਦੇਤੀ, ਟ੍ਰਾਂਸਫਰ ਕਰਤਾ। ਹੋਰ ਸੁਣੋ, ਜਿਹੜਾ ਮਾਨਸਾ ਦੇ ਕੋਲ ਇੰਡੀਆ ਬੁਲਸ ਨੂੰ ਜ਼ਮੀਨ ਦਿੱਤੀ 800 ਏਕੜ, ਉੱਥੇ ਕੋਈ ਪਲਾਂਟ ਨਹੀਂ ਲੱਗਿਆ। There is no plant over there. और
ਅਗਰ ਪਲਾਂਟ ਨਹੀਂ ਲੱਗਿਆ, ਉਹ ਜ਼ਮੀਨ ਕਿਸਾਨਾਂ ਨੂੰ ਵਾਪਸ ਜਾਣੀ ਚਾਹੀਦੀ ਸੀ। ਕਿਉਂ ਨਹੀਂ ਗਈ ਵਾਪਸ? ਜਦੋਂ ਉਹ ਪਰਪਸ ਹੀ ਨਹੀਂ ਹੋਇਆ, ਤੁਸੀਂ ਵਾਪਸ ਕਿਉਂ ਨਹੀਂ ਦਿੱਤੀ? ਫਿਰ ਤੁਸੀਂ ਕੀ ਕਹਿ ਰਹੇ ਹੋ ਕਿਸਾਨਾਂ ਨੂੰ? ਆਹ ਦੇਖੋ ਤੁਸੀਂ ਕੀ ਪ੍ਰੋਮਿਸ ਕੀਤਾ ਹੈ, ਇਹ ਦੇਖੋ ਤੁਸੀਂ ਧਿਆਨ ਨਾਲ। ਪ੍ਰੋਵੀਜ਼ਨ ਆਫ ਕਨਾਲ ਵਾਟਰ ਫॉर ਦੀ ਪ੍ਰੋਜੈਕਟ, ਕੰਸਟਰਕਸ਼ਨ ਸਟਰੈਂਥਨਿੰਗ ਆਫ ਰੋਡਸ, ਨੌਕਰੀਆਂ, ਜੌਬਸ, ਹਾਂਜੀ। FGD ਦੀ ਲੋੜ ਸੀ, ਫਲੂ ਗੈਸ ਡੀਸਲਫਰਾਈਜੇਸ਼ਨ, ਤੇ ਉਹਨਾਂ ਨੇ ਡਿਮਾਂਡ ਪਤਾ ਕੀ ਰੱਖੀ ਪੰਜਾਬ ਸਰਕਾਰ ਕੋਲ? ਉਹ ਇੱਕ ਕਹਿੰਦਾ 3157 ਕਰੋੜ ਦਿਓ, ਤੇ ਦੂਜਾ ਕਹਿੰਦਾ 4574 ਕਰੋੜ ਦਿਓ। ਇਹ ਵਨ ਸਾਈਡਡ ਕॉन्ट्रैक्ट ਨੇ। चित मैं जीता पट तू हारा। मतलब किसी पासों भी पंजाब सरकार मतलब BPSCL नूड़ी पई है, वो बिल्कुल खत्म की पई। भाई मैं सवाल पूछदा भी भाई जिहड़ी बिजली 2 रुपये च मिलती है, 18 रुपये च क्यों खरीदी है? 6 तो 18 जिहड़ी अज बिजली सोलर पावर वाली 233 नूं मिलती है या 199 नूं मिलती है, वो 18 रुपए की खरीदी है। 6 रुपये तो 18 रुपये की। फिर डिक्रीजिंग रेट होंगे है भाई। कोई बंदा 5 साल तो उत्ते एक कॉन्ट्रैक्ट साइन नहीं करता, कोई बंदा, क्योंकि उन्होंने पता है जड़ा बिल्कुल ही बेअकल है, उन्होंने भी पता है कि 1 साल बाद 15% सोलर एनर्जी घटेगी। तुसी 25 साल दे किवें करते भाई? नंबर 1। नंबर 2, हर स्टेट देखो तुसी 5-5 साल दे करते हो। नंबर 2 जिहड़ा सब तो वड्डी गल है कि उदों रेट ऑफ इंटरस्ट बैंकों के 14%, 15%, 16%, ते अज रेट ऑफ इंटरस्ट बैंकों के 6% ते 7%। ते दसो तुसी ये जिहड़ा लो इंटरस्ट के उत्ते अज आ गया, तुसी की फायदा दिता आम लोगों नूं? तुसी की कीता है? साहब तो इस सरकार ने हुण कहा कि असीं टैरिफ रद्द करांगे। असीं टैरिफ रद्द किया। अगर चीफ मिनिस्टर पब्लिक इंटरस्ट दे विच एग्जैक्टिव ऑर्डर पास करता और कहता भी डायरैक्शन दिंदा है इलैक्ट्रिसिटी कमीशन नूं कि तुसीं पब्लिक इंटरस्ट दे विच एग्जॉर्बिटेंट रेट्स नहीं दे सकते, ਤੁਹਾਨੂੰ ਲੋਕਾਂ ਦੇ ਹਿੱਤ ਦੇ ਵਿੱਚ ਮੈਂ ਡਾਇਰੈਕਟ ਕਰਦਾ ਕਿ ਤੁਹਾਨੂੰ ਬਿਜਲੀ ਸਸਤੀ ਕਰਨੀ ਪਊਗੀ, ਮਾਰਕੀਟ ਰੇਟ ਦੇ ਉੱਤੇ ਕਰਨੀ ਪਊਗੀ, ਕਰਨੀ ਪਈ। ਇਹ ਹੁੰਦਾ ਨਿਸਵਾਰਥ, ਦੇ ਰਹਾ ਹੈ ਪਰ ਦਰੁਸਤ ਹੈ। ਔਰ ਜਦੋਂ ਤੁਸੀਂ ਬਿਜਲੀ ਸਸਤੀ ਕਰੋਗੇ ਤੇ ਸਰਕਾਰ ਤੇ ਬੋਝ ਕਿੰਨਾ ਘਟਦਾ? ਜਿਹੜੀ ਤੁਸੀਂ ਸਬਸਿਡੀ ਦੇ ਰਹੇ ਹੋ ਬਿਜਲੀ ਦੀ, ਉਹ ਕਿੰਨੀ ਘਟ ਜਾਂਦੀ ਹੈ? ਨਾਲੇ ਸਰਕਾਰ ਦਾ ਬੋਝ ਘਟਿਆ ਤੇ ਨਾਲੇ कंज्यूमर का बोझ घटिया। उचित को जान के, दोनों पासे विन विन, उचित को जान के उस पर अमल ना करना कायरता का आभास है, ये बुजदली है। कौन रोकता ही थोनू? ते हुण मैं थोनू कहना कि यदि असी रीनगोशिएशन करांगे टेबल के उत्ते इन्हां गल्लां करके भी भाई तुसीं 1 महीने का कोला क्यों नहीं रखते, किन्ने डिफॉल्ट होए ते ਉਹਦੇ ਦੇ ਵਿੱਚ ਟੇਬਲ ਦੇ ਉੱਤੇ ਬਹੁਤ ਕੁਝ ਘਟੇਗਾ, ਅਸੀਂ ਬਹੁਤ ਕੁਝ ਫਾਇਦਾ ਲਵਾਂਗੇ। ਔਰ ਮੈਂ ਤੁਹਾਨੂੰ ਇਹ ਕਹਿਣਾ ਕਿ ਇਹ ਜਿਹੜਾ ਇਨਸੈਂਟਿਵ ਬਿਜਲੀ ਦਾ ਹੈ, ਇਹ ਸ਼ਹਿਰ ਦਾ ਬਹੁਤ ਵੱਡਾ ਮੁੱਦਾ ਹੈ। ਇਹਦੇ ਨਾਲ ਲੋਕ ਇਹ ਕਹਿੰਦੇ ਆ ਵੀ ਭਾਈ ਅਸੀਂ ਤੁਹਾਨੂੰ ਪੈਸੇ ਦੇਣ ਨੂੰ ਤਿਆਰ ਆ, 24 ਘੰਟੇ ਬਿਜਲੀ ਤੇ ਦਿਓ। ਆ ਜਦੋਂ ਕੋਲਾ 1 ਮਹੀਨੇ ਦਾ ਨਹੀਂ ਹੁੰਦਾ ਤੇ 8-8 ਘੰਟੇ ਕੱਟ ਲੱਗਦੇ ਆ, फिर भजे फिरते लोग। ये की मजाक है? किसानी का होवे, हर चीज का दो। ये पंजाब मॉडल ऐतकी 500 वायदे नहीं होने। ये बाबे नानक दी
ਜਿਹੜੀ ਤਕੜੀ ਤੇਰਾ ਤੇਰਾ ਤੋਲਦੀ ਸੀ, ਇਹ ਪੰਜਾਬ ਦੇ ਲੋਕਾਂ ਦੇ ਲਈ 13 ਪੁਆਇੰਟ ਆਉਣਗੇ। ਇਨਕਮ ਜਨਰੇਸ਼ਨ ਹੋਏਗੀ, ਸਸਤੀ ਬਿਜਲੀ ਹੋਏਗੀ, ਹਰ ਚੀਜ਼ ਅਸੀਂ ਲੋਕ ਹਿੱਤ ਚ ਕਰਾਂਗੇ, ਲੋਕਾਂ ਨੂੰ ਹਿੱਸੇਦਾਰ ਬਣਾ ਕੇ ਕਰਾਂਗੇ, ਭਾਗੀਦਾਰ ਬਣਾ ਕੇ ਕਰਾਂਗੇ। ਲੋਕਾਂ ਦੀ ਤਾਕਤ ਟੈਕਸਾਂ ਦੇ ਰੂਪ ਦੀ ਜਿਹੜੀ ਆਉਂਦੀ ਹੈ, ਵਾਪਸ ਡਿਵੈਲਪਮੈਂਟ ਦੇ ਫਾਰਮ ਦੇ ਵਿੱਚ, ਸੜਕਾਂ ਦੇ ਰੂਪ ਦੇ ਵਿੱਚ, ਹਸਪਤਾਲਾਂ ਦੇ ਰੂਪ ਦੇ ਵਿੱਚ, ਟੋਲਾਂ ਤੋਂ ਪੈਸੇ ਬੰਦ ਕਰਾਂਗੇ। ਇਹ ਵਾਪਸ ਤਾਂ ਆਊ। ਹੋ ਸਕਦਾ ਟਾਈਮ ਲੱਗੇ, ਕਿਉਂਕਿ 25-30 ਸਾਲ ਦੀ ਚੋਰੀ ਹੈ, ਕੁਰੀਤੀਆਂ ਨੇ। ਇੱਕ ਸਿਸਟਮ ਹੈ, ਜਿੱਦਣ ਉੱਤੇ ਇਮਾਨਦਾਰ ਆਦਮੀ ਆਉਂਦਾ, ਸਿਸਟਮ ਆਪੇ ਬੰਦੇ ਦਾ ਪੁੱਤ ਬਣ ਜਾਂਦਾ। ਚੋਰੀ ਛੋਟੇ ਛੋਟਿਆਂ ਬੰਦਿਆਂ ਤੋਂ ਦੂਰ ਨਹੀਂ ਹੋਣੀ, ਉੱਤੇ ਬੰਦਾ ਜਿਹੜਾ ਕਰਪਸ਼ਨ ਕਰੇ ਠੋਕਣਾ ਪੈਣਾ। ਤਾਂ ਹੀ ਸਿਟਿੰਗ ਜੱਜ ਦੀ ਮੈਂ ਇਨਕੁਆਇਰੀ ਮੰਗੀ।